ਹਾਂ, ਜਿਨ੍ਹਾਂ ਨੇ ਉਸ ਪਰਮਾਤਮਾ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਅੰਦਰ ਸਾਖਿਆਤ ਕਰ ਲਿਆ, ਉਹਨਾਂ ਦੀ ਇਸ ਸੰਸਾਰ 'ਤੇ ਵੀ ਸ਼ੋਭਾ ਹੁੰਦੀ ਹੈ। ਇੱਥੇ ਵੀ ਜੈ ਜੈਕਾਰ ਕਰੇ ਸਭ ਕੋਈ, ਔਰ ਅੱਗੇ ਵੀ ਉਹਨਾਂ ਨੂੰ ਸਨਮਾਨ ਹੀ ਮਿਲਦਾ ਹੈ। ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਉਹਨਾਂ ਦਾ ਆਦਰ ਹੀ ਹੁੰਦਾ ਹੈ। ਅੰਤਰ ਗੁਰੂ ਅਰਾਧਨਾ, ਜਿਹਵਾ ਜਪ ਗੁਰ ਨਾਉ। ਜਿਹੜੇ ਅੰਤਰਾਤਮੇ ਵੀ ਉਸ ਪਰਮਾਤਮਾ ਦੀ ਅਰਾਧਨਾ ਕਰਦੇ ਹਨ, ਜ਼ੁਬਾਨ ਨਾਲ ਵੀ ਜਪਦੇ ਹਨ, ਨੇਤਰਾਂ ਨਾਲ ਗੁਰੂ ਦੇ, ਗੁਰੂ ਸਵਾਰਿਆਂ ਦੇ, ਗੁਰੂ ਰੂਪ ਸੰਗਤ ਦੇ ਦਰਸ਼ਨ ਕਰਦੇ ਹਨ। ਕਿਸੇ ਵੱਲ ਖੋਟੀ ਦ੍ਰਿਸ਼ਟੀ ਨਹੀਂ ਦੇਖਦੇ। ਨੇਤਰੀ ਸਤਿਗੁਰ ਭੇਖਣਾ, ਕੰਨਾਂ ਨੂੰ ਹਰੀ ਜਸ ਔਰ ਹਰੀ ਕੀਰਤਨ ਸੁਣਨ ਵੱਲ ਲਾ ਕੇ ਰੱਖਦੇ ਹਨ। ਪਰਾਈ ਨਿੰਦਿਆ, ਹੋਰ ਝੂਠ ਮੂਠ ਕਿਚ ਪਿਚ ਨਹੀਂ ਸੁਣਦੇ। ਸ਼ਰਵਣੀ ਸੁਣਨਾ ਗੁਰ ਨਾਮ। ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਪ੍ਰੇਮ ਵਿੱਚ ਰੰਗ ਲਿਆ ਹੈ, ਸਤਿਗੁਰ ਸੇਤੀ ਰਤਿਆਂ, ਉਹਨਾਂ ਦੀ ਬਾਬਤ ਸਤਿਗੁਰੂ ਜੀ ਫਿਰ ਦਾਅਵੇ ਨਾਲ ਕਥਨ ਕਰਦੇ ਹਨ। ਸਤਿਗੁਰ ਸੇਤੀ ਰਤਿਆਂ ਦਰਗਾਹ ਪਾਈਐ ਠਾਉ। ਦਰਗਾਹ ਵਿੱਚ ਵੀ ਉਹਨਾਂ ਨੂੰ ਥਾਂ ਮਿਲਦੀ ਹੈ, ਉੱਥੇ ਵੀ ਸਨਮਾਨ ਮਿਲਦਾ ਹੈ। ਰੇ ਰੇ ਦਰਗਾਹ ਕਹੈ ਨਾ ਕੋਊ, ਆਓ ਬੈਠ ਆਦਰ ਸ਼ੁਭ ਦੇਉ। ਜੋ ਕੁਛ ਕਰੈ ਸੋਈ ਪ੍ਰਭ ਮਾਨੈ, ਓਏ ਰਾਮ ਨਾਮ ਰੰਗ ਰਾਤੇ। ਤਿਨ ਕੀ ਸੋਭਾ ਸਭਨੀ ਥਾਈ, ਇੱਥੇ ਵੀ ਔਰ ਅੱਗੇ ਪ੍ਰਲੋਕ ਵਿੱਚ ਵੀ। ਤਿਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ। ਉਹਨਾਂ ਦੇ ਆਦਰ ਵਿੱਚ ਤੇ ਧਰਮ ਰਾਜਾ ਵੀ ਗਲ ਵਿੱਚ ਪੱਲਾ ਪਾ ਕੇ ਖੜਾ ਹੋ ਜਾਂਦਾ ਹੈ। ਨਾਮ ਧਿਆਇਨ ਸਾਜਨਾ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਚਨ ਹੈ ਕਿ ਉਹ ਪਰਮੇਸ਼ਰ ਦੇ ਪਿਆਰੇ, ਉਸਦੇ ਨਾਮ ਨੂੰ ਧਿਆ ਕੇ, ਨਾਮ ਜਪ ਕੇ ਜਿਨ੍ਹਾਂ ਨੇ ਜੀਵਨ ਦੀ ਬਾਜ਼ੀ ਜਿੱਤ ਲਈ। ਨਾਮ ਧਿਆਇਨ ਸਾਜਨਾ, ਜੀਵਨ ਵੀ ਇੱਕ ਬਾਜ਼ੀ ਹੈ, ਇੱਕ ਖੇਡ ਹੈ। ਉਹ ਸਾਧ ਸੰਗਤ ਖੇਡ ਦੇ ਵਿੱਚ ਸਾਰੇ ਨਹੀਂ ਜਿੱਤਦੇ। ਜਿੱਤਦਾ ਕੋਈ ਕੋਈ ਹੈ, ਬਾਕੀ ਹਾਰ ਜਾਂਦੇ ਹਨ। ਜਿੱਤਦੇ ਕੌਣ ਨੇ? ਤੇਰਾ ਨਾਏ ਰਤੇ ਸਿਜਣ ਗਏ। ਹਾਰਦੇ ਕੌਣ ਨੇ? ਹਾਰ ਗਏ ਸੇ ਠੱਗਣ ਵਾਲੇ। ਪਰਮਾਤਮਾ ਦਾ ਨਾਮ ਜਪਣ ਵਾਲੇ, ਨਾਮ ਧਿਆਉਣ ਵਾਲੇ ਜਿੱਤ ਜਾਂਦੇ ਨੇ ਜੀਵਨ ਦੀ ਬਾਜ਼ੀ। ਠੱਗੀਆਂ ਮਾਰਨ ਵਾਲੇ ਹਾਰ ਜਾਂਦੇ ਹਨ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ। ਦਿਵਸ ਰਾਤ ਦੋਇ ਦਾਈ ਦਾਇਆ ਖੇਲੈ, ਸਗਲ ਜਗਤ। ਸਾਰਾ ਹੀ ਸੰਸਾਰ ਜਾਂ ਸੰਸਾਰ ਦੇ ਸਾਰੇ ਹੀ ਜੀਵ ਇੱਥੇ ਜੀਵਨ ਦੀ ਖੇਡ ਖੇਡਣ ਵਾਸਤੇ ਹੀ ਆਏ ਨੇ। ਉਹ ਸਾਧ ਸੰਗਤ ਖੇਡਣਾ ਬੱਚਿਆਂ ਦਾ ਕੰਮ ਹੁੰਦਾ ਹੈ। ਬੱਚਿਆਂ ਨੂੰ ਹਰ ਵੇਲੇ ਕਿਸੇ ਦੀ ਗਾਈਡੈਂਸ ਦੀ ਜ਼ਰੂਰਤ ਪੈਂਦੀ ਹੈ। ਜਿਹੜੀਆਂ ਉਸਦੀਆਂ ਹਰਕਤਾਂ, ਉਸਦੀਆਂ ਐਕਟੀਵਿਟੀਜ਼ ਜਾਂ ਜੋ ਕੁਝ ਬੱਚਾ ਕਰਦਾ ਹੈ, ਉਸਨੂੰ ਕਦੀ ਉਸਦੇ ਮਾਂ ਪਿਓ, ਕਦੀ ਭੈਣ ਭਰਾ, ਕਦੀ ਹੋਰ ਸੰਬੰਧੀ, ਜੇ ਸਕੂਲ ਵਿੱਚ ਹੋਵੇ ਉਸਦੇ ਉਸਤਾਦ, ਉਸਦੇ ਟੀਚਰ, ਅਧਿਆਪਕ, ਉਹ ਮੋਨੀਟਰ ਕਰਦੇ ਨੇ। ਇਹ ਜੀਵ ਰੂਪੀ ਬਾਲਕਾ ਜਿਹੜਾ ਇਸ ਸੰਸਾਰ ਦੀ ਸਟੇਜ 'ਤੇ ਆਪਣੀ ਜੀਵਨ ਦੀ ਖੇਡ ਖੇਡਣ ਵਾਸਤੇ ਆਇਆ ਹੈ, ਇਹਨੂੰ ਵੀ ਕੋਈ ਮੋਨੀਟਰ ਕਰ ਰਿਹਾ ਹੈ। ਜਿਹੜੇ ਕਰਮ ਨੇ ਉਹਨਾਂ ਦਾ ਕੋਈ ਸਾਖੀ ਹੈ। ਉਹ ਸਾਧ ਸੰਗਤ ਵੈਸੇ ਵਿਦਵਾਨਾਂ ਨੇ ਜੀਵ ਦੇ ਕਰਮਾਂ ਦੇ 8 ਸਾਖੀ ਮੰਨੇ ਨੇ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਸ੍ਰੀ ਬਚਿੱਤਰ ਨਾਟਕ ਦੇ ਵਿੱਚ ਇਸ ਪ੍ਰਸੰਗ ਦਾ ਜ਼ਿਕਰ ਕੀਤਾ ਹੈ। ਤਬ ਪ੍ਰਭ ਸਾਖੀ ਅਸ਼ਟ ਉਪਾਏ। ਇਹਨਾਂ ਸਾਖੀਆਂ ਦੇ ਵਿੱਚ ਸੂਰਜ ਹੈ, ਚੰਦਰਮਾ ਹੈ,
आसमान है, धरती है और ਇਹਦੇ ਵਿੱਚ ਅੱਗ ਹੈ, ਪਾਣੀ ਹੈ। ਇਹ ਸਾਰੇ ਜੀਵ ਦੇ ਕਰਮਾਂ ਦੇ ਸਾਖੀ ਨੇ। ਸਾਧ ਸੰਗਤ ਇਨਸਾਨ ਜਿਹੜਾ ਵੀ ਕਰਮ ਕਰੇਗਾ ਜ਼ਮੀਨ 'ਤੇ ਹੀ ਕਰੇਗਾ ਨਾ, ਜਾਂ ਕੋਈ ਐਸੀ ਵਿਧੀ, ਕੋਈ ਐਸਾ ਢੰਗ ਤਰੀਕਾ ਵਰਤ ਕੇ, ਠੀਕ ਹੈ, ਅਸਮਾਨ ਵਿੱਚ ਵੀ ਕਰਮ ਕਰ ਸਕਦਾ ਹੈ। ਪਾਣੀ ਇਨਸਾਨ ਦਾ ਜੀਵਨ ਹੈ। ਪਾਣੀ ਤੋਂ ਬਗੈਰ ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਇ, ਕੋਈ ਜ਼ਿੰਦਾ ਰਹਿ ਹੀ ਨਹੀਂ ਸਕਦਾ। ਪਾਣੀ ਤੋਂ ਬਗੈਰ ਤਾਂ ਇਨਸਾਨ ਕਿੰਨੇ ਘੰਟੇ ਜ਼ਿੰਦਾ ਰਹਿ ਸਕਦਾ ਹੈ, ਪਰ ਹਵਾ ਤੋਂ ਬਗੈਰ, ਸਾਹ ਲੈਣ ਤੋਂ ਬਗੈਰ, ਆਕਸੀਜਨ ਤੋਂ ਬਿਨਾਂ ਇੱਕ ਪਲ ਵੀ ਜ਼ਿੰਦਾ ਨਹੀਂ ਰਹਿ ਸਕਦਾ। ਵੀ ਜੇ ਇਹਨਾਂ ਤੋਂ ਬਗੈਰ ਜ਼ਿੰਦਾ ਨਹੀਂ ਰਹਿ ਸਕਦਾ, ਫਿਰ ਇਹਨਾਂ ਤੋਂ ਦੂਰ ਹੋ ਕੇ ਕਰਮ ਕਿਵੇਂ ਕਰ ਸਕਦਾ ਹੈ? ਜਿਹੜੇ ਕਰਮ ਕਰੇਗਾ ਬਸ ਇਹੋ ਹੀ ਫਿਰ ਇਸ ਦੇ ਕਰਮਾਂ ਦੇ ਸਾਖੀ ਬਣ ਜਾਂਦੇ ਹਨ। ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਸਿਸਟਮ ਹੀ ਐਸਾ ਬਣਾਇਆ ਹੈ। ਹਾਂ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ੁਰੂ ਕਰਦੇ ਨੇ ਪਾਵਨ ਗੁਰੂ। ਪਾਉਣ, ਜਾਂ ਅੱਜ ਦੀ ਭਾਸ਼ਾ ਵਿੱਚ ਆਪਾਂ ਕਹਿ ਦਈਏ ਆਕਸੀਜਨ, ਸਾਹ ਲੈਣ ਵਾਸਤੇ ਹਵਾ, ਇਸ ਨੂੰ ਗੁਰੂ ਕਥਨ ਕੀਤਾ ਸਤਿਗੁਰੂ ਜੀ ਨੇ। ਕਿਉਂਕਿ ਸਤਿਗੁਰੂ ਜੀ ਦਾ ਮਤ ਇਹ ਹੈ ਕਿ ਸਭ ਤੋਂ ਪਹਿਲਾਂ ਪਰਮਾਤਮਾ ਨੇ ਪਾਉਣ ਹੀ ਪੈਦਾ ਕੀਤੀ। ਸਾਚੇ ਤੇ ਪਵਨਾ ਭਾਇਆ। ਪਾਉਣ ਤੋਂ ਫਿਰ ਅੱਗੇ ਪਾਣੀ, ਪਾਣੀ ਤੋਂ ਅੱਗੇ ਬਾਕੀ ਸੰਸਾਰ ਦੀ ਉਤਪਤੀ। ਸਾਚੇ ਤੇ ਪਵਨਾ ਭਾਇਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਉਹ ਭਾਵੇਂ ਜਿਹੜੀ ਅੱਜ ਦੀ ਸਾਇੰਸ ਹੈ, ਜਿਹੜਾ ਸੰਸਾਰ ਦੀ ਉਤਪਤੀ ਦਾ ਕਨਸੈਪਟ ਅੱਜ ਤੱਕ ਮੰਨਿਆ ਜਾਂਦਾ ਹੈ, ਉਹ ਸਾਰ ਸੰਗਤ ਵੈਸੇ ਤਾਂ ਜੇ ਆਪਾਂ ਇਸ ਗੱਲ ਦੀ ਬਹਿਸਬਾਜ਼ੀ ਸ਼ੁਰੂ ਕਰ ਦਈਏ ਕਿ ਪਰਮਾਤਮਾ ਨੇ ਇਹ ਸ੍ਰਿਸ਼ਟੀ ਕਿਵੇਂ ਬਣਾਈ, ਕਦੋਂ ਬਣੀ, ਇਹ ਤਾਂ ਉਹ ਪਰਮਾਤਮਾ ਹੀ ਜਾਣਦਾ ਜਿਹਨੇ ਇਸ ਦੀ ਸਿਰਜਣਾ ਕੀਤੀ ਹੈ। ਸਿੱਧਾਂ ਦੇ ਨਾਲ ਜਦੋਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਚਾ ਹੋਈ,